ਇਹ ਇਹਨਾਂ ਦੀ 45 ਰਿਪੋर्ट ਜਿਹੜੀ ਆ ਪਈ ਆ ਸਾਰੀ 1100 ਪੰਨਿਆਂ ਦੀ। ਇਹਦੇ ਵਿੱਚ ਉਹ ਆਪ ਮੰਨ ਰਹੇ ਆ ਕਿ ਮੈਨੂੰ ਉਮੀਦ ਨਹੀਂ ਵਿਸ਼ਵਾਸ ਹੈ ਕਿ ਲਾਈਵ ਇੱਥੋਂ ਦੇ ਸੀਪੀ ਸਾਹਿਬ ਵੀ ਵੇਖ ਰਹੇ ਹੋਣਗੇ, CID ਵਾਲੇ ਵੀਰ ਵੀ ਵੇਖ ਰਹੇ ਹੋ, ਮੂਵੀ ਵਗੈਰਾ ਵੀ ਬਣਾ ਰਹੇ ਆ, ਲਾਈਵ ਚੱਲ ਰਿਹਾ, ਉਸ ਤੋਂ ਲਾ ਲਿਓ। ਜੇ ਬਡਾਲਾ ਤੁਹਾਡੀ ਧੌਣ ਤੇ ਗੋਡਾ ਰੱਖ ਕੇ FIR ਦਰਜ ਕਰਾ ਸਕਦਾ ਨਾ, ਤੇ ਉਹ ਵਰਤਾਰਾ ਜਿਹੜਾ ਗੁਰੂ ਰਾਮਦਾਸ ਮਹਾਰਾਜ ਨੇ ਆਪ ਥਾਪੜਾ ਦੇ ਕੇ ਹਰਮੰਦਰ ਸਾਹਿਬ ਵਿੱਚੋਂ ਤੋਰਿਆ। ਤੇ ਕੁਝ ਕੁ ਵਿਚੋਲੇ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਆਉਂਦੇ ਨੇ ਉਹ ਵੀ ਧਿਆਨ ਦੇ ਕੇ ਸੁਣ ਲੈਣ। ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ, ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ ਹੈ, ਪਰ ਹੱਕਾਂ ਨੂੰ ਡੰਡ ਲੁਹਾਈ ਤਾਂ ਨਹੀਂ। ਉਹ ਸਾਡਾ ਕਾਤਲ ਹੀ ਕੱਚਾ ਨਿਸ਼ਾਨਚੀ ਸੀ, ਅਸੀਂ ਗੋਲੀ ਤੋਂ ਗੰਢ ਭਵਾਈ ਤਾਂ ਨਹੀਂ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ। ਓਏ ਵੱਡਿਆਂ ਅਸੀਂ ਨਹੀਂ ਖਤਮ ਹੋਣ ਲੱਗੇ, ਐਡੀ ਲੰਮੀ ਹੈ ਸਾਡੀ ਕਤਾਰ ਨੂੰ। ਮਾਛੀਵਾੜੇ ਦੇ 70 ਦੇ ਗੀਤ ਵਿੱਚੋਂ, ਮਾਛੀਵਾੜੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ। ਮਾਛੀਵਾੜੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ। ਜਿਨ੍ਹਾਂ ਸੂਲਾਂ ਨੇ ਦੇਣਾ ਨਾ ਸੌਣ ਸਾਨੂੰ, ਛਾਂਗ ਦਿਆਂਗੇ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਇਸ ਕੱਚੀ ਗੜੀ ਚਮਕੌਰ ਅੱਗੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। ਓਏ ਝੋਰਾ ਕਰੀ ਨਾ ਕਿਤੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਸਾਰੀ ਸੰਗਤ ਜਿਹੜੀ ਲੰਗਰ ਵਾਲੀ ਸਾਈਡ ਤੇ ਬੈਠੀ ਆ, ਖੜੀ ਆ, ਚਾਹ ਪਾਣੀ ਛਕ ਰਹੇ ਆ। ਬੇਨਤੀ ਹੈ ਕਿ ਜਿਸ ਕਾਰਜ ਲਈ ਆਏ ਆ ਉਹ ਸੁਣਨਾ ਤੁਹਾਡੇ ਲਈ ਜ਼ਰੂਰੀ ਹੈ। ਤੇ ਲੰਗਰ ਵਰਤਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਆਉਣ ਵਾਲੇ 1 ਘੰਟੇ ਲਈ ਲੰਗਰ ਨੂੰ ਤੁਸੀਂ ਥੋੜ੍ਹਾ ਜਿਹਾ ਧੀਮਾ ਕਰ ਦਿਓ। ਜਿਹੜੀਆਂ ਸੰਗਤਾਂ ਛਕ ਰਹੀਆਂ ਨੇ ਉਹ ਛਕ ਲੈਣ ਦਿਓ। 1 ਘੰਟਾ ਜੇ ਤੁਸੀਂ ਲੇਟ ਵੀ ਛਕ ਲਓਗੇ ਤੇ ਕੋਈ ਫਰਕ ਨਹੀਂ ਪੈਣ ਲੱਗਾ, ਪਰ ਜਿਸ ਕਾਰਜ ਲਈ ਆਏ ਹੋ ਉਹ ਕਾਰਜ ਤੁਹਾਡਾ ਜ਼ਰੂਰ ਸਫਲ ਹੋਵੇਗਾ। ਸਾਰੀ ਸੰਗਤ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਦੀ ਸਾਂਝ ਪਾਈ। ਆਪਾਂ ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਲਾਰਿਆਂ ਨੇ ਕਾਫੀ ਹੱਦ ਤੱਕ ਤੁਹਾਨੂੰ ਸਾਫ਼ ਕਰ ਦਿੱਤਾ, ਪਰ ਕੁਝ ਚੀਜ਼ਾਂ ਜਿਹੜੀਆਂ ਕਈ ਵਾਰ ਕੀ ਹੁੰਦਾ ਕਿ ਇਹ ਕਹਿ ਦਿੰਦੇ ਆ, ਹੈ ਕੁਝ ਨਹੀਂ। ਇਹ ਸੁਪਰੀਮ ਕੋਰਟ ਦੀ ਜੱਜਮੈਂਟ ਹੈ। ਮੈਨੂੰ ਉਮੀਦ ਨਹੀਂ ਵਿਸ਼ਵਾਸ ਹੈ ਕਿ ਲਾਈਵ ਇੱਥੋਂ ਦੇ CP ਸਾਹਿਬ ਵੀ ਵੇਖ ਰਹੇ ਹੋਣਗੇ, CID ਵਾਲੇ ਵੀਰ ਵੀ ਵੇਖ ਰਹੇ ਹੋ, ਮੂਵੀ ਵਗੈਰਾ ਵੀ ਬਣਾ ਰਹੇ ਆ, ਲਾਈਵ ਚੱਲ ਰਿਹਾ, ਉਸ ਤੋਂ ਲਾ ਲਿਓ। ਤੇ ਬਾਕੀ ਉਹਨਾਂ ਨੂੰ ਜੋ ਨਾਂ ਚਾਹੀਦੇ ਹੁੰਦੇ ਉਹ ਵੀ ਸਟੇਜ ਤੋਂ ਅਨਾਉਂਸ ਹੋ ਰਿਹਾ, ਤੁਸੀਂ ਨੋਟ ਵੀ ਕਰ ਦੇਵੋਗੇ, ਬਾਅਦ ਸਾਤੋਂ ਵੀ ਲੈ ਲਿਓ। ਤੇ ਜੁਝਾਰ ਟਾਈਮ ਛਪ ਵੀ ਜਾਣਾ, ਤੁਹਾਡਾ ਕੰਮ ਅਸੀਂ ਸੌਖਾ ਕਰ ਦਿਆਂਗੇ। ਪਰ ਤੁਸੀਂ ਸਾਡਾ ਕੰਮ ਇਹ ਸੌਖਾ ਕਰ ਸਕਦੇ ਹੋ ਕਿਉਂਕਿ ਗੁਰੂ ਸਾਹਿਬ ਨੇ ਤੁਹਾਨੂੰ ਅੱਜ ਚੋਪੜੀਆਂ ਤੇ 2-2 ਦਿੱਤੀਆਂ ਨੇ। ਇੱਕ ਡਿਊਟੀ ਵੀ ਕਰ ਰਹੇ ਹੋ, ਦੂਜਾ ਪੰਥਕ ਹੋਕੇ ਦੀ ਹਾਜ਼ਰੀ ਵੀ ਭਰ ਰਹੇ ਹੋ ਸਕਦਾ ਸਾਤੋਂ ਵੱਧ ਦਰਦ ਤੁਹਾਡੇ ਦਿਲਾਂ ਵਿੱਚ ਹੋਵੇ। CP ਸਾਹਿਬ ਇਹ ਜੱਜਮੈਂਟ ਹੈ ਸੁਪਰੀਮ ਕੋਰਟ ਦੀ, ਜਿਹੜੀ ਇਹ ਮੰਨਦੀ ਹੈ ਕਿ ਸਿੱਖਾਂ ਦੇ ਆਖਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਦੱਸਦੇ ਹੋਏ ਇਸ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਹੈ। ਇਹ ਲਾਈਨਾਂ ਮੈਂ ਤਰਜਮਾ ਕਰਕੇ ਬੋਲ ਰਿਹਾ, ਕੋਈ ਘੁਮਾ ਕੇ ਨਹੀਂ ਬੋਲ ਰਿਹਾ। ਉਹ 'ਚ ਲਿਖਿਆ ਕਿ ਦੁਬਾਰਾ ਫੇਰ ਪੜ੍ਹਦੇ ਹਾਂ, ਸਿੱਖਾਂ ਦੇ ਆਖਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਦੱਸਦੇ ਹੋਏ ਇਸ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਹੈ। ਤੇ ਇਸ ਲਈ ਇਹੋ ਸਿਰਫ ਧਾਰਮਿਕ ਕਿਤਾਬ ਨਹੀਂ ਬਲਕਿ ਜੀਵਤ ਗੁਰੂ ਹੈ। ਇਹ ਕੋਈ ਧਾਰਮਿਕ ਕਿਤਾਬ ਨਹੀਂ ਬਲਕਿ ਜੀਵਤ ਗੁਰੂ ਹੈ। ਉਸ ਤੋਂ ਅੱਗੇ ਵੀ ਲਿਖਦੇ ਆ ਜੱਜਮੈਂਟ ਵਿੱਚ, ਇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਇਕੱਲੀ ਪੂਜਾ ਦੀ ਵਸਤੂ ਨਹੀਂ, ਇਹ ਗੁਰਦੁਆਰਿਆਂ ਦੀ ਰਖਵਾਲੀ ਖੁਦ ਆਪ ਕਰ ਸਕਦੇ ਹਨ। ਇਹ ਗੱਲ ਧਿਆਨ ਦਿਓ, ਸੁਪਰੀਮ ਕੋਰਟ ਦੀ ਜੱਜਮੈਂਟ ਹੈ ਜਿਸ ਵਿੱਚ ਉਹ ਇਹ ਗੱਲ ਕਹਿ ਰਿਹਾ ਕਿ ਇਹ ਸਿਰਫ ਪੂਜਣ ਦੀ ਵਸਤੂ ਨਹੀਂ ਹੈ, ਇਹ ਆਪਣੇ ਗੁਰੂ ਘਰਾਂ ਦੀ ਇਕਲੌਤੀ ਮਾਲਕ ਵੀ ਨੇ ਤੇ ਆਪਣੀ ਰਾਖੀ ਆਪ ਕਰ ਸਕਦੇ ਹਨ। ਅੱਗੇ ਜਾ ਕੇ ਲਿਖਦਾ ਕਿ ਸਾਨੂੰ ਕੋਈ ਝਿਜਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨਿਆਇਕ ਵਿਅਕਤੀ ਬਿਲਕੁਲ ਨਹੀਂ, ਇਹ ਝਿਜਕ ਨਹੀਂ ਹੈ, ਇਹ ਗਲਤ ਹੈ।
ਉਹ ਇਹ ਗੱਲ ਕਲੀਅਰ ਕਰ ਰਿਹਾ ਵੀ ਜਿਹੜੇ ਕਹਿ ਰਹੇ ਆ ਉਹ ਗਲਤ ਕਹਿ ਰਹੇ ਆ, ਸਾਨੂੰ ਇਹ ਮੰਨਣ ਵਿੱਚ ਕੋਈ ਅਤਕਥਨੀ ਨਹੀਂ ਹੈ। ਜੱਜ ਕਹਿੰਦਾ ਕਿ ਇਹ ਜੀਵਤ ਵਸਤੂ ਨਹੀਂ ਹਨ, ਇਹ ਜੀਵਤ ਗੁਰੂ ਨੇ। ਮਤਲਬ ਗੁਰੂ ਗ੍ਰੰਥ ਸਾਹਿਬ ਜੀ ਉਹ ਸਾਰਿਆਂ ਮੁਤਾਬਕ ਪੂਰਾ ਕਰਦਾ ਹੈ ਜੋ ਕਿ ਇੱਕ ਇਨਸਾਨ ਆਪਣੇ ਆਪ ਲਈ ਕਰਦਾ ਹੈ। ਭਾਵ ਜੇ ਇਹਦੀ ਬੇਅਦਬੀ ਹੁੰਦੀ ਹੈ ਤੇ ਉੱਤੇ 302 ਦੇ ਪਰਚੇ, 307 ਦੇ ਸਾਰਾ ਕੁਝ ਉਸੇ ਤਰ੍ਹਾਂ ਹੀ ਹੋ ਸਕਦੇ ਹਨ। ਅਖੀਰ ਵਿੱਚ ਲਿਖਦਾ ਅਸੀਂ ਮੰਨਦੇ ਹਾਂ ਕਿ ਥੜੀ ਅਦਾਲਤ ਨੇ, ਕਿਉਂਕਿ ਜਿਹੜੀ ਇਹ ਜੱਜਮੈਂਟ ਹੈ ਥੜੀ ਅਦਾਲਤ ਨੇ ਇਹ ਜੱਜਮੈਂਟ ਦਿੱਤੀ ਸੀ ਵੀ ਇਹ ਨਹੀਂ ਕਰ ਸਕਦੇ। ਉਹਨਾਂ ਨੇ ਇਹ ਵੀ ਲਿਖਿਆ ਸਪਸ਼ਟ ਕੀਤਾ ਕਿ ਹਾਈ ਕੋਰਟ ਤੋਂ ਇਹ ਗਲਤੀ ਹੋਈ ਹੈ ਕਿ ਉਹਨੇ ਇਸ ਨੂੰ ਜੀਵਤ ਗੁਰੂ ਨਹੀਂ ਮੰਨਿਆ। ਇਹ ਜੱਜਮੈਂਟ ਦੀਆਂ ਕਾਪੀਆਂ ਤੁਹਾਨੂੰ ਥੋੜੀ ਦੇਰ ਤੱਕ ਇੱਥੋਂ ਵੀ ਮਿਲ ਜਾਣਗੀਆਂ। ਇਹਦਾ ਬਕਾਇਦਾ ਤੌਰ ਤੇ ਜਿਹੜਾ ਨੰਬਰ ਹੈ ਉਹ ਤੁਹਾਨੂੰ ਉਹਦੇ ਵਿੱਚ ਛਪਿਆ ਮਿਲ ਜਾਏਗਾ ਲਿਟਰੇਚਰ ਵਿੱਚ। ਜਦੋਂ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਵਾਲੇ ਬੋਲਣਗੇ ਉਸ ਤੋਂ ਬਾਅਦ ਲਿਟਰੇਚਰ ਉਹ ਆਪ ਜੀ ਨੂੰ ਮਿਲਣਾ ਹੈ। ਉਹਦੇ ਉੱਤੇ ਬਕਾਇਦਾ ਲਿਖਿਆ ਹੈ। ਤੇ ਮੈਂ ਜਿਹੜੇ ਲਾਈਵ ਕਰ ਰਹੇ ਆ ਵੀਰ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਲਿਟਰੇਚਰ ਉੱਤੇ ਉਹ ਜੱਜਮੈਂਟ ਦਾ ਨੰਬਰ ਦਿੱਤਾ ਉਹ ਥੱਲੇ ਡਿਸਕ੍ਰਿਪਸ਼ਨ ਵਿੱਚ ਜ਼ਰੂਰ ਚਲਾਉਣ, ਡਿਸਕ੍ਰਿਪਸ਼ਨ ਵਿੱਚ ਜ਼ਰੂਰ ਚਲਾਉਣ ਤਾਂ ਕਿ ਕੋਈ ਵੀ ਬੰਦਾ ਗੂਗਲ ਤੋਂ ਸਰਚ ਮਾਰ ਕੇ ਚੈੱਕ ਕਰ ਸਕਦਾ ਹੈ ਕਿ ਇਹ ਕਿਤੇ ਮੈਂ ਗਲਤ ਤਾਂ ਨਹੀਂ ਕਰ ਰਿਹਾ। ਸੋ ਪਹਿਲੀ ਗੱਲ ਤੇ ਧਿਆਨ ਦੇ ਕੇ ਗੱਲ ਕਰ ਲਈਏ ਕਿ ਅਸੀਂ ਇੱਕ ਕਿਤਾਬ ਦੀ ਜਾਂ ਉਹਦੀ ਗੱਲ ਨਹੀਂ ਕਰ ਰਹੇ, ਅਸੀਂ ਜੀਵਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ। ਦੂਸਰੀ ਚੀਜ਼ ਨੂੰ ਪਹਿਲੇ ਦਿਨ ਇੱਥੇ ਪੰਥਕ ਹੋਕਾ ਦਿੰਦਿਆਂ ਪਿਛਲੇ ਮੋਰਚੇ ਦੀ ਤਰਜਮਾਨੀ ਕਰਦਿਆਂ ਇਸ ਥੜੇ ਤੇ ਪੰਥਕ ਹੋਕਾ ਲਗਾਤਾਰ ਸ਼ੁਰੂ ਕਰ ਦਿੱਤਾ ਸੀ ਤੇ ਇੱਥੇ ਹਰਪਾਲ ਸਿੰਘ ਜੀ ਐਸਪੀ ਸਾਹਿਬ ਆਏ ਸਨ। ਮੈਂ ਬਾਈ ਨੇਮ ਤਾਂ ਕਹਿ ਰਿਹਾ ਕਿ ਉਹ ਸੁਣ ਲੈਣ, ਜ਼ਰੂਰੀ ਹੈ। ਤੇ ਦੂਸਰੀ ਇਹ ਵੀ ਜ਼ਰੂਰੀ ਹੈ ਕਿਉਂਕਿ ਉਹ ਉਸੇ ਧਾਰਵਾਰੀ ਪਿੰਡ ਤੋਂ ਆ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਵਾਈ ਸੀ। ਉਹਨਾਂ ਨੇ ਕਿਹਾ ਸੀ ਜੀ ਸ਼੍ਰੋਮਣੀ ਕਮੇਟੀ ਦੇ ਪਰਚਾ ਨਹੀਂ ਦਰਜ ਹੁੰਦਾ, ਕੋਈ ਲਾਅ ਹੈ। ਤੁਸੀਂ ਕਿਹਾ ਸੀ ਮੈਂ ਤੁਹਾਨੂੰ ਲਾਅ ਦੀਆਂ 2-3 ਕਾਪੀਆਂ ਤੁਹਾਡੀ FIRਾਂ ਦਿਖਾਉਣਾ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਖੁਦ ਕਰਾਈਆਂ। ਇਹ ਜਿਹੜੀ FIR ਦੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਉਹ FIR ਹੈ ਜਿੱਥੋਂ ਭਾਈ ਬਲਦੇਵ ਸਿੰਘ ਬਡਾਲਾ ਜੀ ਦਾ ਮਨ ਬਦਲਿਆ ਤੇ ਉਹਨਾਂ ਨੇ ਸਿੱਧੀ ਟੱਕਰ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਕਾਂ ਦੇ ਖਿਲਾਫ ਲਈ। ਨਰੈਣੂ ਸੋਚ ਜਿਹੜੀ ਆਬੜੀ ਜੀ ਉਹਦੇ ਖਿਲਾਫ ਲਈ FIR ਨੰਬਰ ਹੈ ਇਹ 64 ਸਾਲ 2015 ਤੇ ਇਹ ਦਰਜ ਕਰਾਈ ਹੈ ਰਿਪੋਰਟ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਮੈਨੇਜਰ ਸਰਦਾਰ ਰਣਵੀਰ ਸਿੰਘ ਨੇ। ਕੀ ਲਿਖਦਾ, ਕਿਉਂ ਦਰਜ ਕਰਾਈ? ਉਹ ਮੰਨਦਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਰਾਤ ਨੂੰ 12 ਤੋਂ 2 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਉਲਟੀਆਂ ਕੀਤੀਆਂ, ਬੇਅਦਬੀ ਕੀਤੀ, ਥੜੇ ਗਲੀਚਿਆਂ ਤੇ ਵੀ ਉਲਟੀਆਂ ਕੀਤੀਆਂ। ਥੱਲੇ ਜਾ ਕੇ ਲਿਖਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਜੇ ਤੱਕ ਨਹੀਂ ਦੱਸਿਆ ਕਿੱਥੇ ਉਹ ਪਾਵਨ ਸਰੂਪ ਦੇ ਚੁੱਕ ਕੇ ਇਹਨਾਂ ਨੇ ਕਿੱਥੇ ਖੁਰ ਤੋਂ ਬੁਰਦ ਕੀਤੀ ਹੈ ਸਾਨੂੰ ਨਹੀਂ ਪਤਾ, ਪੁਲਿਸ ਲੱਭੇ। ਇਹ ਸ਼੍ਰੋਮਣੀ ਕਮੇਟੀ ਨੇ FIR ਦਰਜ ਕਰਾਈ 2015 ਚ FIR ਨੰਬਰ 64 ਥਾਣਾ ਕੀਰਤਪੁਰ ਸਾਹਿਬ ਬਾਬਾ ਗੁਰਦਿੱਤਾ ਦੀ ਘਟਨਾ। ਉਹਨਾਂ ਦੇ ਸਰੂਪ ਤੇ ਹੋਏ ਉਹ ਚੋਰੀ ਕਰਾ ਸਕਦੇ ਆ, ਇਹ 328 ਖਾ ਜਾਣ, ਇਹਨਾਂ ਤੇ ਕੋਈ FIR ਨਹੀਂ। ਹੋ ਸਕਦਾ ਇਹ ਗਲਤੀ ਹੋ ਗਈ ਹੋਵੇ। ਇਸ FIR ਦੇ ਤਹਿਤ ਤੁਹਾਨੂੰ ਦੱਸਦੇ ਹਾਂ ਇੰਦਰ ਮੋਹਨ ਸਿੰਘ ਅਣਜਾਣ ਐਡੀਸ਼ਨਲ ਸਕੱਤਰ ਜਿਹੜੇ ਕਿ ਅੱਜ ਕੱਲ੍ਹ ਰਿਟਾਇਰ ਹੋ ਚੁੱਕੇ ਨੇ, ਅੱਜ ਕੱਲ੍ਹ ਉਹ ਮੀਡੀਆ 'ਚ ਕੰਮ ਕਰਦੇ ਨੇ। ਮੇਰੇ ਕੋਲ ਦਫ਼ਤਰ ਆਏ ਸੀ, ਚਲੋ ਕਿਉਂ ਆਏ ਸੀ ਉਹ ਮੈਂ ਉਹਨਾਂ ਕੁ ਪੈਚ ਲੁਕੋ ਲੈਣਾ, ਪਰ ਮੇਰੇ ਦਫ਼ਤਰ ਬੈਠ ਕੇ ਆ ਬਿਆਨ ਟਾਈਪ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਮੇਰੇ ਦਫ਼ਤਰ ਗਿੱਲ ਚੌਂਕ ਲੁਧਿਆਣਾ ਵਿਖੇ ਇਹ ਬਿਆਨ ਟਾਈਪ ਕਰਵਾਇਆ ਸੀ ਤੇ ਬਿਆਨ ਟਾਈਪ ਹੋਣ ਤੋਂ ਬਾਅਦ ਮੱਕੜ ਸਾਹਿਬ ਨੇ ਇਹ 'ਤੇ ਨੰਬਰ ਲਾ ਕੇ ਸ਼੍ਰੋਮਣੀ ਕਮੇਟੀ ਦੀ ਈਮੇਲ ਤੋਂ ਬਾਕੀ ਸਾਰੀਆਂ ਪ੍ਰਿਸਾਂ ਨੂੰ ਭੇਜਿਆ ਸੀ। ਇਹਦੇ ਵਿੱਚ ਲਿਖਿਆ ਸੀ ਬਕਾਇਦਾ ਕਿ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਲ ਕੀਤੀ ਜਾਵੇਗੀ, ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਗੁੰਮ ਨੇ। ਇਹ ਉਸ ਪ੍ਰਧਾਨ ਨੇ ਬਿਆਨ ਦੇ ਕੇ ਮੰਨਿਆ ਤੇ FIR ਉਦੋਂ ਬਾਅਦ ਦਰਜ ਹੋਈ ਸੀ ਕਿਉਂਕਿ ਲਗਾਤਾਰ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਤੇ ਜੁਝਾਰ ਟਾਈਮ ਵੱਲੋਂ ਇਹ ਹੋਕਾ ਦਿੱਤਾ ਜਾ ਰਿਹਾ ਸੀ ਕਿ ਇਸ ਪਰਚੇ ਨੂੰ ਦਰਜ ਕੀਤਾ ਜਾਵੇ, ਜਿਸ ਕਰਕੇ ਭਾਈ ਬਲਦੇਵ ਸਿੰਘ ਜੀ ਬਡਾਲਾ ਨੂੰ ਨੌਕਰੀ ਤੋਂ ਰਾਤ ਨੂੰ 8:15 ਤੇ 31 ਮਾਰਚ ਨੂੰ ਕੱਢਿਆ ਗਿਆ 2016 ਦੇ ਵਿੱਚ। ਤੇ ਜਿਹੜੇ ਲੋਕਾਂ ਨੇ ਆਹ 2 FIR ਸਬੂਤ ਵਜੋਂ ਤੇ ਦੂਸਰੀ FIR ਹੋਈ 2020 ਦੇ ਵਿੱਚ। CP ਸਾਹਿਬ ਗਿੱਲ ਸਾਹਿਬ ਧਿਆਨ ਨਾਲ ਮੈਨੂੰ ਲੱਗਦਾ ਲਾਈਵ ਤੁਸੀਂ ਵੇਖ ਰਹੇ ਹੋਗੇ, ਤੁਹਾਡਾ ਧੰਨਵਾਦ।
ਤੇ ਚਲੋ ਬਹੁਤ ਸਾਰੇ ਆਰਟੀਕਲ ਮੈਂ ਵੀ ਤੁਹਾਡੇ ਅਖਬਾਰਾਂ 'ਚ ਲਾਉਂਦਾ ਰਿਹਾ, ਕੁਛ ਆ ਵੀ ਹੁਣ ਤੁਸੀਂ ਵੇਖ ਲਿਓ। ਜਿਹੜੇ ਕਹਿੰਦੇ ਆ ਕਿ ਪਰਚਾ ਦਰਜ ਨਹੀਂ ਹੋ ਸਕਦਾ, ਤੁਸੀਂ ਉਹਨਾਂ ਨੂੰ ਜਵਾਬ ਦੇ ਸਕਦੇ ਹੋ। ਇਹ ਸਬੂਤ ਮੁਤਾਬਕ ਦੱਸ ਰਹੇ, ਇਹ FIR ਵੀ ਕੀਰਤਪੁਰ ਥਾਣੇ ਦੀ ਹੈ 2020 ਦੀ, ਔਰ ਮਿਤੀ ਹੈਗੀ ਹੈ 1/6 ਐਸੇ ਸਾਲ ਦੀ। ਕੀ ਹੋਇਆ ਉੱਥੇ? ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਪਣੇ ਨਾਮ ਲਿਖ ਦਿੱਤੇ। ਸ਼ਰਮ ਆਉਣੀ ਚਾਹੀਦੀ ਹੈ। ਤੇ ਉਹਦੇ ਉੱਤੇ FIR ਦਰਜ ਕਿਹਨੇ ਕਰਾਈ? ਉਹ ਵੀ ਮੈਨੇਜਰ ਨੇ ਕਰਾਈ, ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨੇ ਕਰਾਈ, 295 ਕਰਾਈ। ਇਹਦੇ ਵਿੱਚ ਉਹ ਮੰਨਦੇ ਆ ਕਿ ਉਹਨਾਂ ਨੇ ਭਾਈ ਉਸ ਮੁਲਾਜ਼ਮ ਨੂੰ, ਦਰਬਾਰਾ ਸਿੰਘ ਨੂੰ ਖੁਰਦ-ਬੁਰਦ ਕਰ ਦਿੱਤਾ, ਸਰੂਪ ਵੀ ਖੁਰਦ-ਬੁਰਦ ਕੀਤਾ, ਤੇ ਨਾਲ ਉਹਦੇ ਸਰੂਪ 4 ਤੇ ਉਹਨੇ ਆਪਣੇ ਨਾਂ ਲਿਖੇ, 4 ਸਰੂਪਾਂ ਤੇ ਆਪਣੇ ਨਾਂ ਲਿਖੇ। ਇਹ ਕਦੋਂ ਪਰਚਾ ਦਰਜ ਹੋਇਆ? ਜਦੋਂ ਜੁਝਾਰ ਟਾਈਮ ਨੇ ਪੰਜਾਬੀ 'ਚ ਡੰਡਾ ਦਿੱਤਾ ਖਬਰਾਂ ਲਾ ਕੇ, ਉਸ ਤੋਂ ਬਾਅਦ ਇਹ FIR ਦਰਜ ਹੋਈ। ਉਹ ਵੀ ਸ਼੍ਰੋਮਣੀ ਕਮੇਟੀ ਨੇ ਕਰਾਈ। ਜਿਹੜੇ ਲੋਕ ਇਹ ਕਹਿੰਦੇ ਆ ਜੀ ਸ਼੍ਰੋਮਣੀ ਕਮੇਟੀ ਦੇ ਜਾਂ SP ਸਾਹਿਬ ਥੜੇ ਤੇ ਆ ਕੇ ਕਹਿੰਦੇ ਸੀ SP ਸਾਹਿਬ ਥੋੜ੍ਹਾ ਜਿਹਾ ਧਿਆਨ ਦਿਓ, ਜ਼ਮੀਰ ਨੂੰ ਵੀ ਆਵਾਜ਼ ਮਾਰੋ, ਕਾਨੂੰਨ ਕਹਿੰਦਾ ਹੋ ਸਕਦੀ ਆ। ਸ਼੍ਰੋਮਣੀ ਕਮੇਟੀ ਵਾਲੇ ਖੁਦ ਕਰਾਉਂਦੇ ਰਹੇ ਆ, ਔਰ ਹਜ਼ਾਰਾਂ ਹੀ ਪਿਛਲੇ 15 ਸਾਲ ਦੇ ਦੇਖ ਲਓ C ਡਿਵੀਜ਼ਨ ਦੇ ਵਿੱਚ ਜਿਹੜੀਆਂ ਨੇ ਚੋਰਾਂ ਦੀਆਂ ਕਰਾਈਆਂ ਹੋਣਗੀਆਂ, FIRਾਂ ਦਰਜ, ਫੋਟੋਆਂ ਲਾਉਂਦੇ ਚੋਰਾਂ ਦੀਆਂ, ਗੱਠੜੀ ਚੋਰਾਂ ਦੀਆਂ। ਬਚੋ, ਇਹਨਾਂ ਨੂੰ ਕਹੋ ਭਾਈ ਇਹ ਪ੍ਰਧਾਨਾਂ ਦੀ ਅੰਤਰਿਮ ਕਮੇਟੀ ਦੇ ਪਿਛਲੇ ਤਿੰਨ ਜਿਹੜੇ ਪ੍ਰਧਾਨ ਬਣੇ ਨੇ, ਮੱਕੜ ਸਾਹਿਬ, ਉਹ ਤੋਂ ਬਾਅਦ ਬਨੂੰਗੜ ਸਾਹਿਬ, ਗੋਬਿੰਦ ਸਿੰਘ ਲੌਂਗੋਵਾਲ, ਤੇ ਉਹਨਾਂ ਦੀਆਂ ਅੰਤਰਿਮ ਕਮੇਟੀਆਂ, ਉਹਨਾਂ ਦੀਆਂ ਫੋਟੋਆਂ ਵੀ ਆਓ। 328 ਜਰੂਪ ਚੋਰੀ ਕੀਤੇ ਭਾਈ ਤੁਹਾਡੇ ਗੁਰੂ ਘਰੋਂ ਵੀ ਕਰ ਸਕਦੇ ਆ, ਉਹਨਾਂ ਦੇ ਵੀ ਫੋਟੋਆਂ ਦੇ ਵਿੱਚ ਲਾਉਣੀਆਂ ਬਣਦੀਆਂ ਨੇ। ਦੂਜਿਆਂ ਨੂੰ ਬਦਨਾਮ ਕਰਦੇ ਹੋ, ਜਦੋਂ ਆਪਣੇ ਥੱਲੇ ਆਈ ਉਦੋਂ ਤੁਹਾਨੂੰ ਚੀਜ਼ ਪੈਂਦੀ ਹੈ। ਤੀਸਰੀ FIR ਆ ਥੋੜ੍ਹੇ ਦਿਨ ਪਹਿਲਾਂ ਖਬਰ ਆਈ ਹੋਣੀ ਹੈ, ਟੈਚੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਲੈ ਕੇ ਕਿੱਥੋਂ ਗਏ? ਸ਼੍ਰੋਮਣੀ ਕਮੇਟੀ ਤੋਂ। ਉਹ FIR ਦਰਜ ਕਰਾਈ ਵੀਰ ਨੇ, ਔਰ FIR ਜਿਹੜੀ ਹੋਈ ਹੈ ਇਹ 295 ਤੇ ਹੋਈ ਹੈ 19/11 ਨੂੰ ਹੋਈ ਹੈ, ਐਸੇ ਮਹੀਨੇ ਦੇ ਵਿੱਚ, ਪਿਛਲੇ ਮਹੀਨੇ 'ਚ ਹੋਈ 19/11 'ਚ। ਇਹ ਤਿੰਨਾਂ FIRਾਂ ਚੀਕ ਕੇ ਬਿਆਨ ਕਰਦੀਆਂ ਕਿ ਪਰਚਾ ਦਰਜ ਹੋ ਸਕਦਾ। ਹੁਣ ਜਿਹੜੇ ਕਹਿੰਦੇ ਨੇ ਵੀ ਬਡਾਲਾ ਕੱਲਾ ਕੀ ਕਰ ਲਊ, ਜੇ ਬਡਾਲਾ ਤੁਹਾਡੀ ਧੌਣ ਤੇ ਗੋਡਾ ਰੱਖ ਕੇ FIRਾਂ ਦਰਜ ਕਰਾ ਸਕਦਾ ਨਾ, ਤੇ ਉਹ ਵਰਤਾਰਾ ਜਿਹੜਾ ਗੁਰੂ ਰਾਮਦਾਸ ਮਹਾਰਾਜ ਨੇ ਆਪ ਥਾਪੜਾ ਦੇ ਕੇ ਹਰਮੰਦਰ ਸਾਹਿਬ ਵਿੱਚੋਂ ਤੋਰਿਆ, ਇਹ ਵਰਤਾਰਾ ਹੈ। ਔਰ ਇਹ ਵਰਤਾਰਾ ਵਰਤਣਾ, ਵਰਤਾਰਿਆਂ ਨੂੰ ਸਮਾਂ ਲੱਗਦਾ ਹੁੰਦਾ, ਵਰਤਾਰੇ ਵਰਤਣ ਨੂੰ ਸਮਾਂ ਲੱਗਦਾ ਹੁੰਦਾ। ਇੱਕ ਅੱਜ ਕਿਸਾਨ ਵੀਰ ਸਾਡਾ ਪੰਥ ਬਚਾਉਣ ਲਈ, ਕਿਉਂਕਿ ਪੰਥ ਬਚੂਗਾ ਤੇ ਉਹ ਉੱਥੇ ਦਿੱਲੀ ਬੈਠੇ ਵਿਚਾਰੇ ਸਾਰੇ ਵੀਰ ਬੈਠੇ ਆ, ਔਰ ਇਹ ਹੋਕਾ ਵੀ ਉਹਨਾਂ ਦੀ ਤਰਜਮਾਨੀ ਕਰਦਾ, ਉਹਨਾਂ ਦੀਆਂ ਮੰਗਾਂ ਦੇ ਮਗਰ ਖੜਦਾ। ਔਰ ਇੱਥੇ ਗੁਰੂ ਗ੍ਰੰਥ ਬਚਾਉਣ ਲਈ ਭਾਈ ਬਡਾਲਾ ਤੇ ਬਾਬਾ ਫੌਜਾ ਸਿੰਘ ਨੇ ਪੰਥ ਹੋਕਾ ਦਿੱਤਾ। ਇਹ 4 ਸਾਡੇ ਭਰਾਵਾਂ ਨੂੰ, ਸਤਿਕਾਰ ਕਮੇਟੀ ਵਾਲਿਆਂ ਨੂੰ, ਉਹਨਾਂ ਦੇ ਉੱਤੇ ਇਹ ਤਸ਼ੱਦਦ ਢਾ ਕੇ ਚਾਹੁੰਦੇ ਆ ਵੀ ਇਹ ਚੁੱਪ ਕਰਨ। ਪਹਿਲੀਆਂ ਲਾਈਨਾਂ ਮੈਂ ਤਾਂ ਹੀ ਇਹਨਾਂ ਵਾਸਤੇ ਕਹੀਆਂ ਸੀ, ਸ਼੍ਰੋਮਣੀ ਕਮੇਟੀ ਵਾਲਿਓ ਦੁਆਰਾ ਫੇਰ ਸੁਣ ਲਓ। ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ, ਪਰ ਹੱਕਾਂ ਨੂੰ ਡੰਡ ਲੁਹਾਈ ਤਾਂ ਨਹੀਂ। ਓਏ ਸਾਡਾ ਕਾਤਲ ਹੀ ਕੱਚਾ ਨਿਸ਼ਾਨਚੀ ਸੀ, ਅਸੀਂ ਗੋਲੀ ਤੋਂ ਕੰਡ ਭਵਾਈ ਤਾਂ ਨਹੀਂ। ਅਸੀਂ ਗੋਲੀਆਂ ਤੋਂ ਨਹੀਂ ਡਰਦੇ, ਪਰ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਜਾਣਦੇ ਹਾਂ। ਤੇ ਕੁਛ ਕੁ ਵਿਚੋਲੇ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਆਉਂਦੇ ਨੇ ਉਹ ਵੀ ਧਿਆਨ ਦੇ ਕੇ ਸੁਣ ਲੈਣ। ਸਾਡਾ ਇੱਥੇ ਕੋਈ ਉਹਨਾਂ ਨਾਲ ਰੌਲਾ ਥੋੜ੍ਹੀ ਹੈ। ਜਿਨ੍ਹਾਂ ਨੇ ਦੋਸ਼ ਕੀਤਾ ਉਹਨਾਂ ਨੂੰ ਸਜ਼ਾ ਦਿਓ, ਉਹਨਾਂ ਤੇ ਪਰਚਾ ਦਰਜ ਕਰੋ, ਤੇ ਇਹ ਮੋਰਚਾ ਤੇ ਇਹ ਪੰਥਕ ਹੋਕਾ ਉਸ ਦਿਨ ਸਮਾਪਤ ਹੋ ਜਾਣਾ। ਮਤਲਬ ਤੇ ਦੋਸ਼ੀਆਂ ਨੂੰ ਦੋਸ਼ੀ ਕਹੋ, ਕਿਉਂਕਿ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ। ਗੱਲ ਤਾਂ ਇਹ ਆ ਬੇਅਦਬੀਆਂ ਰੁਕਣੀਆਂ ਤਾਂ ਆ, ਤੁਸੀਂ ਆਪਣੇ ਬੇਅਦਬੀ ਕਰਨ ਵਾਲਿਆਂ ਨੂੰ, ਆਪਣੇ ਮੁਲਾਜ਼ਮਾਂ ਨੂੰ ਬਚਾ ਰਹੇ ਹੋ। ਮੋਟੀਆਂ ਗੱਲਾਂ ਸਾਧ ਸੰਗਤ ਜਿਹੜੀਆਂ ਤੁਸੀਂ ਅੱਜ ਇੱਥੋਂ ਯਾਦ ਕਰਕੇ ਜਾਣੀਆਂ ਨੇ, 2,04,536 2,04,536 ਇਹ ਰਕਮ ਹੁਣ ਤੁਸੀਂ ਬੋਲਣੀ ਹੈ, ਇੱਕ ਵਾਰ ਬੋਲੋ। 2 ਲੱਖ ਬੋਲੋ ਸੰਗਤ ਸਾਰੀ, 2,04,536 ਇਹ ਅੰਗ ਗਾਇਬ ਨੇ। ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਇਹਨਾਂ ਦੀ ਪੜਤਾਲੀਆ ਰਿਪੋਰਟ ਜਿਹੜੀ ਆ ਪਈ ਆ ਸਾਰੀ 1100 ਪੰਨਿਆਂ ਦੀ, ਇਹਦੇ ਵਿੱਚ ਉਹ ਆਪ ਮੰਨ ਰਹੇ ਆ ਕਿ ਇੰਨੇ ਅੰਗ ਸਾਨੂੰ ਪਤਾ ਹੀ ਨਹੀਂ ਕਿੱਥੇ ਆ। ਔਰ ਅਣਅਧਿਕਾਰਤ ਤੌਰ ਤੇ ਨਾ ਛਾਪੇ 12,67,000 ਕਿੰਨੇ ਸਾਧ ਸੰਗਤ ਜੀ? 12,67,000 ਅੰਗ ਇਹਨਾਂ ਨੇ ਅਣਅਧਿਕਾਰਤ ਛਾਪਦੇ। ਤੇ ਉਹਦੇ ਸਰੂਪ ਕਿੰਨੇ ਬਣੇ ਹੋਣੇ ਨੇ, ਤੇ ਉਹ ਸਰੂਪ ਗਏ ਕਿੱਥੇ?
ਔਰ ਇਹ ਜਿਹੜਾ ਪੜਤਾਲੀਆ ਰਿਪੋਰਟ ਦਾ ਅੰਕੜਾ ਹੈ ਨਾ, ਇਹ ਸਿਰਫ 3 ਸਾਲਾਂ ਦਾ ਹੈ। 2015 ਤੋਂ ਲੈ ਕੇ 20 ਤੱਕ ਇਹਦੇ ਵਿੱਚ ਕੁਝ ਵੀ ਹੈ ਨਹੀਂ। ਕੋਈ ਇਹਦਾ ਰਿਪੋਰਟ ਨਹੀਂ ਕੀਤੀ, ਕੋਈ ਉਹਨਾਂ ਬਾਰੇ ਪੌਣ ਛਾਣ ਨਹੀਂ ਕੀਤੀ। ਇਹ ਜਿਹੜੇ 328 ਸਰੂਪ ਨੇ 2 ਸਾਲਾਂ 'ਚ ਗਏ ਨੇ, ਅਤੇ ਜਿਨ੍ਹਾਂ ਦਾ 30 ਸਾਲ ਤੋਂ ਟੌੜਾ ਸਾਹਿਬ ਤੋਂ ਬਾਅਦ ਜੇ ਆਪਾਂ ਲਾ ਲਈਏ ਤਾਂ ਫਿਰ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੇ ਖਾ ਲਏ, 2 ਨੰਬਰ 'ਚ ਪਰਚੀਆਂ 'ਤੇ ਵੇਚਤੇ। ਔਰ ਇਹ ਆਪ ਮੰਨਦੇ, ਇਹਦੇ ਵਿੱਚ ਹੋਰ ਕੀ ਮੰਨਦੇ ਆ ਮੋਟਾ ਦੱਸਦੇ ਹਾਂ, ਬਾਕੀ ਤੁਸੀਂ ਪੜ੍ਹ ਲਓਗੇ, ਕਿਉਂਕਿ ਇਸ ਤੋਂ ਬਾਅਦ ਭਾਈ ਬਲਦੇਵ ਸਿੰਘ ਜੀ ਬਡਾਲਾ ਹੋਣਾ ਨੇ ਆਪ ਜੀ ਦੇ ਸਨਮੁਖ ਹੋਣਾ ਮੇਰੇ ਖਿਆਲ 'ਚ। ਅਤੇ ਸੋ ਉਹਨਾਂ ਨੂੰ ਬੇਨਤੀ ਹੈ ਵੀ ਕੀਰਤਨ ਜ਼ਰੂਰ ਸੁਣਾਇਓ, ਕਿਉਂਕਿ ਬਾਹਲੀ ਸੰਗਤ ਤੁਹਾਡੇ ਕੀਰਤਨ ਕਰਕੇ ਅਤੇ ਉਹ ਇੱਕ ਸ਼ਬਦ ਆਪ ਜੀ ਪੜ੍ਹਦੇ ਹੁੰਦੇ ਹੋ ਅਣਖ ਵਾਲਾ, ਉਹ ਵੀ ਜ਼ਰੂਰ ਪੜ੍ਹਦੇ ਹੋ ਜੀ। ਇਹ ਜਿਹੜੀ ਘਟਨਾ ਦੇ ਵਿੱਚ 2-3 ਗੱਲਾਂ ਤੁਹਾਨੂੰ ਯਾਦ ਰੱਖਣ ਯੋਗ, ਤਾਂ ਲਾਈਵ ਇਸ ਲਈ ਕਹਿ ਰਿਹਾ ਕਿ ਜਿਹੜੇ ਵੀਰ ਦੂਰ ਬੈਠੇ ਆ ਇਹ ਡਾਊਨਲੋਡ ਕਰਕੇ ਨਹੀਂ ਪੜ੍ਹ ਸਕਦੇ, ਉਹਨਾਂ ਦੇ ਧਿਆਨ ਹਿੱਤ ਪੜ੍ਹ ਰਹੇ ਹਾਂ। ਜਿਹੜੇ ਕਹਿੰਦੇ ਕਿ ਮੁਕੱਦਮਾ ਦਰਜ ਕਰਾਉਣਾ ਇਸ ਲਈ ਜ਼ਰੂਰੀ ਹੈ ਕਿਉਂਕਿ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਅਜੇ ਤੱਕ ਕੋਈ ਰਿਕਵਰੀ ਨਹੀਂ ਹੋਈ। ਪੜਤਾਲੀਆ ਰਿਪੋਰਟ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਬੂਲਦਾ, ਇਸ ਰਿਪੋਰਟ ਦੇ ਵਿੱਚ ਕਬੂਲਦਾ ਹੈ ਕਿ ਮਾੜੇ ਨਿਜ਼ਾਮ ਨੇ ਧਾਰਮਿਕ ਗੁਨਾਹ ਅਤੇ ਕਾਨੂੰਨਨ ਗੁਨਾਹ ਕੀਤਾ। ਦੋਨੇ ਗੁਨਾਹ ਕਬੂਲਦੇ ਨੇ ਇਸ ਰਿਪੋਰਟ ਦੇ ਵਿੱਚ। ਫਿਰ ਮੁਕੱਦਮਾ ਸ਼੍ਰੋਮਣੀ ਕਮੇਟੀ 'ਤੇ ਕਿਉਂ ਨਾ ਦਰਜ ਕਰਾਈਏ ਭਾਈ? ਬਾਬਾ ਗੁਰਦਿੱਤਾ ਕਾਂਡ 'ਤੇ ਜੇ FIR ਹੋ ਸਕਦੀ ਹੈ ਤਾਂ ਫਿਰ ਇਹਨਾਂ 'ਤੇ ਕਿਉਂ ਨਹੀਂ ਹੋ ਸਕਦੀ? ਪੜਤਾਲੀਆ ਰਿਪੋਰਟ ਥੱਲੇ ਲਿਖਦੀ ਹੈ ਕਿ ਬੜੇ ਦੁਖੀ ਹਿਰਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸਿੰਘ ਸਾਹਿਬ ਦੁਆਰਾ 5 ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਦਾ। ਕੀ ਬੇਨਤੀ ਕੀਤੀ ਪੜਤਾਲੀਆ ਰਿਪੋਰਟ ਨੇ? ਧਿਆਨ ਨਾਲ ਸੁਣਿਓ। ਇਸ ਅਣਉਚਿਤ ਅਣਅਧਿਕਾਰਤ ਨਜਾਇਜ਼ ਕਰਮ ਤੇ ਗੁਰਮਤਿ ਅਨੁਸਾਰ ਹਰ ਵਸੀਲੇ ਨੂੰ ਵਰਤਦਿਆਂ ਪਾਵਨ ਸਰੂਪਾਂ ਦਾ ਪਤਾ ਲਵਾਇਆ ਜਾਵੇ। ਉਹ ਲੱਭੋ ਬਸ਼ਰਮੋ, ਤੁਹਾਨੂੰ ਤੁਹਾਡੀ ਪੜਤਾਲੀਆ ਰਿਪੋਰਟ ਕਹਿੰਦੀ ਹੈ। ਤੇ ਬਿੱਲਾਂ ਨੂੰ ਕੱਟਿਆਂ ਇਹ ਪਾਵਨ ਸਰੂਪ ਕਿਸ ਨੂੰ ਤੇ ਕਿੱਥੇ ਦਿੱਤੇ ਸੰਗਤ ਨੂੰ ਦੱਸਿਆ ਜਾਵੇ। ਇਹ ਪੜਤਾਲੀਆ ਰਿਪੋਰਟ ਕਹਿੰਦੀ ਆ। ਪੰਥਕ ਹੋਕਾ ਤਾਂ ਹੁਣ ਬਾਅਦ 'ਚ ਕਹਿਣ ਲੱਗਾ ਭਾਈ ਜੋ ਤੁਸੀਂ ਰਿਪੋਰਟ ਦਿੱਤੀ ਆ ਉਹਨੂੰ ਮੰਨੋ, ਜੇ ਸੱਚੀ ਹੈ, ਜੇ ਝੂਠੀ ਹੈ ਤਾਂ ਇਹਨੂੰ ਨਗਲੈਕਟ ਕਰ ਦਿਓ। ਇਸ ਤੋਂ ਬਾਅਦ ਪੜਤਾਲੀਆ ਕਮਿਸ਼ਨ ਨੇ ਬਾਚਿਆ ਕਿ ਬਿਨਾਂ ਕਿਸੇ ਉੱਚ ਅਧਿਕਾਰੀ ਦੇ ਇਕੱਲਾ ਸਹਾਇਕ ਸੁਪਰਵਾਈਜ਼ਰ ਐਡਾ ਵੱਡਾ ਕੰਮ ਨਹੀਂ ਕਰ ਸਕਦਾ। ਇਸ ਸਹਾਇਕ ਸੁਪਰਵਾਈਜ਼ਰ ਕਮਲਜੀਤ ਸਿੰਘ ਨੇ ਕਿਸੇ ਉੱਚ ਅਧਿਕਾਰੀ ਦਾ ਥਾਪੜਾ ਹੈ ਅਤੇ ਇਹਦੇ ਵਿੱਚ ਸਪਸ਼ਟ ਉਹਨਾਂ ਨੇ ਲਿਖ ਦਿੱਤਾ ਕਿ ਜਾਂਚ ਕਮੇਟੀ ਵੱਲੋਂ ਉਸ ਸਮੇਂ ਦੀ ਅੰਤਰੰਗ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਅਤੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਦੋਸ਼ੀ ਪਾਇਆ, ਜੋ ਕਿ ਸਫਾ ਨੰਬਰ 137 'ਚ ਵੀ ਲਿਖਿਆ ਕਿ ਬਾਦਲ ਪਰਿਵਾਰ ਦੋਸ਼ੀ ਹੈ। ਇਹ ਕਹਿੰਦੇ ਨਹੀਂ ਜੀ ਤੁਸੀਂ ਬਾਦਲਾਂ ਨੂੰ ਭਿੰਡਦੇ ਹੋ, ਐਵੇਂ ਕਹਿੰਦੇ ਹੋ। ਅਸੀਂ ਨਹੀਂ ਕਹਿੰਦੇ, ਤੁਹਾਡੀ ਪੜਤਾਲੀਆ ਰਿਪੋਰਟ ਦਾ ਸਫਾ ਨੰਬਰ 137 ਸਫਾ ਨੰਬਰ 137 ਕਹਿੰਦਾ। ਕੀ ਕਹਿੰਦਾ? ਬਾਦਲ ਪਰਿਵਾਰ ਦੋਸ਼ੀ ਹੈ। ਅਸੀਂ ਨਹੀਂ ਕਹਿੰਦੇ, ਇਹ ਤੁਹਾਡੀ ਭਾਈ ਪੜਤਾਲੀਆ ਰਿਪੋਰਟ ਚੀਕ ਕੇ ਕਹਿੰਦੀ ਹੈ। 32 ਸਵਾਲ ਪੁੱਛੇ। ਇਹਨਾਂ ਦੇ ਮੁੱਖ ਅਫਸਰ ਸੀ ਜਿਹੜਾ ਕੁਲਦੀਪ ਸਿੰਘ ਰੋਡੇ ਫਲਾਈਂਗ ਦੇ, ਥੱਲੜੇ ਇੰਸਪੈਕਟਰਾਂ ਨੂੰ ਪਤਾ ਨੂੰ ਕੀ ਜਵਾਬ ਦਿੰਦੇ ਕਿ ਜੇ ਤੇਰੇ ਭਾਈ ਨਾ 32 ਦੇ ਸਵਾਲਾਂ ਦੇ ਜਵਾਬ ਦੇਤੇ ਅਸੀਂ ਤਾਂ ਸਾਰੇ ਮਰ ਜਾਂਗੇ। ਇਹਦਾ ਮਤਲਬ ਇਹ ਦਾਲ ਨਹੀਂ, ਦਾਲ ਹੀ ਕਾਲੀ ਹੈ, ਕੋਈ ਵਿਚਾਲੇ ਰੋਗ ਨਹੀਂ ਇੱਕ ਅੱਧਾ ਹੈਗਾ, ਇਹ ਸਾਰਾ ਕੁਝ ਹੀ ਹੈ, ਇਹ ਸਾਰੇ ਵੱਜਣੇ ਨੇ, ਇਹ ਇਸੇ ਕਰਕੇ ਚੁੱਪ ਨੇ। ਔਰ ਹਜੇ ਵੀ 10 ਲੱਖ ਫਰਮੇ, ਕਿੰਨੇ ਫਰਮੇ? 10 ਲੱਖ ਫਰਮੇ ਜਿਲਦ ਸਾਜਾਂ ਕੋਲੇ ਪਏ ਨੇ। ਉਹ ਛਾਪਦੇ ਤੁਸੀਂ ਜਿਲਦ ਸਾਜਾਂ ਕੋਲੇ ਇੰਨੇ 10 ਲੱਖ ਫਰਮੇ ਕੀ ਕਰਦੇ ਆ ਭਾਈ 10 ਸਾਲਾਂ ਦੇ? ਇਹ ਮੈਂ ਨਹੀਂ ਕਹਿ ਰਿਹਾ, ਇਹ ਇਹਨਾਂ ਦੀ ਪੜਤਾਲੀਆ ਰਿਪੋਰਟ ਕਹਿ ਰਹੀ ਹੈ। ਮੈਂ ਤੇ ਉਹੀ ਪੜ੍ਹ ਕੇ ਤੁਹਾਨੂੰ ਵਿੱਚੋਂ ਮੋਟਾ ਦੱਸ ਰਿਹਾ। ਪੜਤਾਲੀਆ ਰਿਪੋਰਟ ਇਹ ਮੰਨਦੀ ਹੈ ਕਿ 9,92,836 ਅੰਗ ਬਿਨਾਂ ਕਿਸੇ ਰਿਕਾਰਡ ਦੇ ਛਾਪੇ। ਸਾਤੋਂ ਇੱਕ ਗੁਟਕਾ ਸਾਹਿਬ ਦੀ ਬੇਅਦਬੀ ਹੋਏ ਨਾ, ਠਾਣੇ ਵਾਲੇ ਵੀਰ ਬੈਠਿਆ ਕੁੱਟ ਮਾਰ ਦਿੰਦੇ ਨੇ। ਕੁਛ ਤਾਂ ਪਹਿਲਾਂ ਸੰਗਤ ਕੁੱਟ ਦਿੰਦੀ ਹੈ, ਕੁਛ ਵਿਚਾਰੇ ਇਹ ਕੁੱਟ ਦਿੰਦੇ ਆ, ਮੁੜ ਕੇ ਅਸੀਂ ਉੱਤੇ ਪਰਚਾ ਦਰਜ ਕਰਾਣੇ ਜੇ ਕਿਸੇ ਦੇ ਗੁਟਕਾ ਸਾਹਿਬ ਦੀ ਬੇਅਦਬੀ ਹੋਏ। ਇਹਨਾਂ ਨੇ ਕਿੰਨੇ ਆਣ ਦੇ ਘਰ ਰਿਕਾਰਡ ਤੋਂ ਛਾਪੇ? 9,92,886 ਅੰਗ ਉੱਦਾਂ ਹੀ ਛਾਪਤੇ ਅਣਅਧਿਕਾਰਤ ਤੌਰ 'ਤੇ, ਬਿਨਾਂ ਕਿਸੇ ਰਿਕਾਰਡ ਤੋਂ। ਦਾ ਕੋਈ ਰਿਕਾਰਡ ਨਹੀਂ ਇਹਨਾਂ ਕੋਲ। ਮੈਂ ਨਹੀਂ ਕਹਿ ਰਿਹਾ ਇਹ ਗੱਲ, ਪੜਤਾਲੀਆ ਰਿਪੋਰਟ ਇਹਨਾਂ ਦੀ ਕਹਿ ਰਹੀ ਹੈ। ਹਜੇ ਵੀ CP ਸਾਹਿਬ ਤੇ ਪੁਲਿਸ ਜਾਂ ਪੰਜਾਬ ਸਰਕਾਰ ਇਹ ਕਹੇ ਕਿ ਇਹ ਨਿਰਦੋਸ਼ ਨੇ, ਇਹਦੇ ਪਰਚਾ ਦਰਜ ਨਹੀਂ ਹੋ ਸਕਦਾ, ਫਿਰ ਤੇ ਡੁੱਬ ਕੇ ਮਰਨ ਵਾਲੀ ਗੱਲ ਹੈ। ਹੁਣ ਦੋਸ਼ੀਆਂ ਦੇ ਵਿੱਚ
19 ਮਈ 2016 ਤੋਂ ਜਿਹੜੀ ਅੰਤਰਿਮ ਕਮੇਟੀ ਸੀ ਉਹ, 11 ਨਵੰਬਰ 2016 'ਚ ਜਿਹੜੀ ਅੰਤਰਿਮ ਕਮੇਟੀ ਸਮੇਤ ਪ੍ਰਧਾਨ ਬਣੀ ਉਹ, 29 ਨਵੰਬਰ 2017 ਤੋਂ। ਇਹ ਮੈਂ ਤਾਂ ਪੜ੍ਹ ਰਿਹਾ, ਆ ਬੀਬੀ ਦਾ ਸੁਨੇਹਾ ਇੱਕ ਆਇਆ ਸੀਗਾ ਕੱਲ੍ਹ ਪਰਸੋਂ ਵੀ ਦੋਸ਼ੀ ਕੌਣ ਆ ਸਾਨੂੰ ਦੱਸ ਦਿਓ। ਇਹ ਦੋਸ਼ੀ ਦੱਸ ਰਿਹਾ ਜੀ, ਤੁਸੀਂ ਇਹਨਾਂ ਨੂੰ ਜੇ ਟੰਗ ਸਕਦੇ ਹੋ, ਜੇ ਹੈ ਕਿਤੇ ਜ਼ਮੀਰ ਜਾਗਦੀ ਮਾੜੀ ਮੋਟੀ, ਵੈਸੇ ਤੇ ਲੱਗਦਾ ਨਹੀਂ, ਪਰ ਫਿਰ ਵੀ ਚਲੋ ਤੁਸੀਂ ਪੁੱਛਿਆ, ਤੁਹਾਡੇ ਸਵਾਲਾਂ ਦਾ ਜਵਾਬ, ਕਿਉਂਕਿ ਭਾਈ ਸਾਹਿਬ ਨੇ ਪਹਿਲੇ ਦਿਨ ਕਿਹਾ ਵੀ ਜੋ ਵੀ ਅਸੀਂ ਜਵਾਬ ਦੇਵਾਂਗੇ ਥੜੇ ਤੋਂ ਦੇਵਾਂਗੇ, ਜੇ ਕੋਈ ਗੱਲ ਕਰਨਾ ਆਵੇ ਉਹ ਵੀ ਥੜੇ ਤੇ ਆਵੇ। ਚਲੋ ਫਿਰ ਵੀ ਤੁਸੀਂ ਕਿਸੇ ਵਿਚੋਲੀਆ ਪਾਇਆ ਤੇ ਜਵਾਬ ਦੇ ਦਿਆਂ। ਅੱਜ ਸਵੇਰੇ ਵੀ 2-3 ਵੀਰਾਂ ਨੇ ਪੁੱਛਿਆ ਸੀ, ਭਾਈ ਦੁਬਾਰਾ ਨਾ ਪੁੱਛਿਓ, ਆਹੀ ਰਿਕਾਰਡਿੰਗ ਸੁਣਾ ਦਿਓ। ਸ਼੍ਰੋਮਣੀ ਕਮੇਟੀ ਦੇ ਮਤਾ ਨੰਬਰ 377 ਰਾਹੀਂ ਬਣੀ ਸਬ ਕਮੇਟੀ ਦੇ 5 ਮੈਂਬਰ, ਆ ਜਿਨ੍ਹਾਂ 'ਚੋਂ ਸੁਖਦੇਵ ਸਿੰਘ ਭੌਰ ਸਾਹਿਬ ਵੀ ਨੇ ਪੰਜਾਂ 'ਚ। ਦੱਸਦੇ ਹਾਂ ਕਿ ਉਹ ਅੱਜ ਕੱਲ੍ਹ ਬੜੇ ਪੰਥਕ ਬਣੇ ਫਿਰਦੇ ਨੇ। 150 ਤੋਂ ਉੱਤੇ ਟਰਸਟ ਬਣਿਆ ਬਾਦਲਾਂ ਦਾ, ਇਹਨਾਂ ਦੇ ਸਾਈਨਾਂ ਨਾਲ ਬਣਿਆ। ਇਹਨਾਂ ਦੇ ਹਲਕੇ 'ਚ 40 ਸਰੂਪ ਗਏ, ਮੈਂ ਨਹੀਂ ਕਹਿੰਦਾ, 45 ਰਿਪੋਰਟ ਕਹਿੰਦੀ ਹੈ। ਉਹਨਾਂ ਪੰਜਾਂ ਦੀ ਸਬ ਕਮੇਟੀ ਬਣੀ, ਸਬ ਕਮੇਟੀ ਨੇ ਕੋਈ ਜਵਾਬ ਨਹੀਂ ਦਿੱਤਾ, ਕਿਸੇ ਨੂੰ ਸਜ਼ਾ ਜਾਫਤਾ ਨਹੀਂ ਬਣਾਇਆ, ਕੋਈ ਰਿਪੋਰਟ ਨਹੀਂ ਪੇਸ਼ ਕੀਤੀ। ਸੁਝਾਅ ਦੇਤੇ ਜੀ ਅੱਗੇ ਤੋਂ ਐਂ ਕਰ ਲਿਓ, ਜੋ ਪਿੱਛੇ ਹੋ ਗਿਆ ਉੱਤੇ ਮਿੱਟੀ ਪਾਓ। ਕਿਉਂ? ਕਿਉਂਕਿ ਉਹਨੂੰ ਪਤਾ ਕਿ ਅਸੀਂ ਵੀ ਇਸੇ ਹਮਾਮ 'ਚ ਨੰਗੇ ਹਾਂ ਸਾਰੇ। ਉਹ 5 ਮੈਂਬਰ, ਮੁੱਖ ਸਕੱਤਰ, ਸਕੱਤਰ, ਐਡੀਸ਼ਨਲ ਸਕੱਤਰ, ਮੀਤ ਸਕੱਤਰ, ਇੰਚਾਰਜ, ਸੁਪਰਵਾਈਜ਼ਰ, CJL, ਕਲਰਕ, ਹੈਲਪਰ, ਸੇਵਾਦਾਰ, ਸਾਰੇ ਜਲਦਸਾਜ਼, ਲੇਖਾ ਜੋਖਾ ਸ਼ਾਖਾ ਦੇ ਅਧਿਕਾਰੀ ਇਹ ਦੋਸ਼ੀ ਨੇ। ਭਾਈ ਇਹਨਾਂ ਤੇ ਪਰਚਾ ਦਰਜ ਕਰ ਦਿਓ। ਅੱਜ ਦਾ ਪੰਥਕ ਹੋਕਾ ਇਹ ਇੱਥੋਂ ਮੰਗ ਕਰਦਾ ਹੈ ਇਸ ਗੱਲ ਦੀ। ਇਹ ਪਿਆਰ ਤੇ ਸਤਿਕਾਰ ਨਾਲ ਤੇ ਇਸੇ ਹੀ ਸਬਰ ਦੇ ਨਾਲ ਇਹ ਜਿਹੜਾ ਪੰਥਕ ਹੋਕਾ ਹੈ, ਇਹ ਤੁਹਾਨੂੰ ਵੀ ਇਹੀ ਹੈ ਵੀ ਇਹ ਲਿਟਰੇਚਰ ਭਾਈ ਸਾਹਿਬ ਦੇ ਕੀਰਤਨ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਮਿਲੂਗਾ। ਵੱਧ ਕਾਪੀਆਂ ਲੈ ਕੇ ਜਾਇਓ, ਵੰਡਿਓ ਤੇ ਇਹਨਾਂ ਦੀ ਕਾਲੀ ਕਰਤੂਤ ਦੱਸਿਓ। ਜੇ ਤੁਸੀਂ ਅੱਜ ਵੀ ਚੁੱਪ ਰਹੇ ਤੇ ਤੁਸੀਂ ਵੀ ਉਹਨਾਂ 'ਚ ਹੀ ਸ਼ਾਮਲ ਹੋਵੋਗੇ ਜਿਨ੍ਹਾਂ ਨੂੰ ਆਪਾਂ ਨਿੰਦਦੇ ਪਏ ਹਾਂ। ਇਤਿਹਾਸ ਨੇ ਸਾਨੂੰ ਕਦੀ ਮੁਆਫ ਨਹੀਂ ਕਰਨਾ ਖਾਲਸਾ ਜੀ। ਤੇ ਸੋ ਇੰਨੇ ਵਿਚਾਰਾਂ ਦੇ ਨਾਲ, ਕਿਉਂਕਿ ਸਮਾਂ ਬਹੁਤ ਹੋ ਚੁੱਕਿਆ, ਭਾਈ ਸਾਹਿਬ ਨੇ ਵੀ ਸਮਾਂ ਲੈਣਾ ਹੈ, ਤੇ ਮੈਂ ਆਪਣੇ ਸਮੇਂ ਨੂੰ ਇੱਥੇ ਹੀ ਸਮਾਪਤ ਕਰਦਾ ਤੇ ਬੇਨਤੀ ਕਰਦਾ ਆਪ ਜੀ ਦੇ ਅੱਗੇ ਇੱਕ ਵਾਰ ਫਿਰ, ਇੱਕ ਤੇ ਘਰਾਂ ਦੇ ਵਿੱਚ ਜੁਝਾਰ ਟਾਈਮ ਅਖਬਾਰ ਜ਼ਰੂਰ ਲਵਾਓ, ਜੇ ਕਿਤੇ ਨਹੀਂ ਆਉਂਦਾ ਤੇ ਮੰਗ ਕੇ ਲਵਾਓ। ਚੰਗੀ ਚੀਜ਼ ਕਿਸੇ ਨੇ ਨਹੀਂ ਦੇਣੀ, ਕਿਉਂਕਿ ਇਸੇ ਅਖਬਾਰ ਦੇ ਵਿੱਚ ਤੁਹਾਨੂੰ ਗੁਰਮਤ ਨਾਲ ਰਿਲੇਟਡ ਤੇ ਇਸ ਸਾਰੇ ਕਸ ਨਾਲ ਰਿਲੇਟਡ ਹਰ ਇੱਕ ਚੀਜ਼ ਤੁਹਾਨੂੰ ਮਿਲਣੀ ਹੈ, ਬਿਨਾਂ ਬੈਰ ਵਿਰੋਧ ਤੋਂ। ਇਹਦੇ ਵਿੱਚ ਸਾਰਾ ਕੁਝ ਛਾਪਿਆ ਜਾਂਦਾ ਹੈ। ਤੇ ਬਾਕੀ ਇੱਕ ਜਿਹੜੀ ਗੱਲ ਜਾਂਦੇ ਜਾਂਦੇ ਜ਼ਰੂਰ ਕਹਿ ਦਿਆਂ, ਇਸ ਸਭ ਦਾ ਸਥਾਈ ਹੱਲ ਇਹ ਨਹੀਂ ਕਿ ਪੰਥਕ ਹੋਕਾ ਹੋਇਆ ਨਾ ਮੁਕੱਦਮਾ ਦਰਜ ਕੀਤਾ ਤੇ ਉਸ ਤੋਂ ਬਾਅਦ ਗੱਲ ਖਤਮ ਨਹੀਂ। ਉਸ ਦਿਨ ਤੋਂ ਤੁਹਾਡੀ ਜ਼ਿੰਮੇਵਾਰੀ ਸ਼ੁਰੂ ਹੋਣੀ ਹੈ। ਨਿਜ਼ਾਮ ਬਦਲੋ, ਨਿਜ਼ਾਮ ਬਦਲਣਾ ਪੈਣਾ ਹੈ। ਅੱਜ ਅਸੀਂ ਕਹਿੰਦੇ ਹਾਂ ਨਾ, ਉੱਥੇ ਵੀ ਮੰਗ ਰੱਖਦੇ ਹਾਂ ਕਿ ਵਿਸ਼ੇਸ਼ ਸਤਰ ਬੁਲਾਓ ਤੇ ਉਹ 'ਚ ਮਤਾ ਪਾਸ ਕਰੋ। ਇਹਦਾ ਮਤਲਬ ਕੰਮ ਕਿਹਨੇ ਕਰਨਾ? ਵਿਸ਼ੇਸ਼ ਸਤਰ ਨੇ। ਸ਼੍ਰੋਮਣੀ ਕਮੇਟੀ ਦਾ ਕੰਮ ਕਿਹਨੇ ਕਰਨਾ? ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ। ਤੇ ਅਸੀਂ ਕਹਿ ਦਿੰਦੇ ਹਾਂ ਭਾਈ ਸਾਹਿਬ ਜੀ ਕੋਈ ਚੰਗਾ ਬੰਦਾ ਦੇ ਦਿਓ ਤੇ ਅਸੀਂ ਉਹਨੂੰ ਵੋਟਾਂ ਪਾ ਦਾਂਗੇ। ਨਹੀਂ, ਹੁਣ ਖੁਦ ਚੰਗੇ ਬਣੋ, ਕਹੋ ਭਾਈ ਸਾਹਿਬ ਜੀ ਇੱਥੋਂ ਮੈਂ ਇਲੈਕਸ਼ਨ ਲੜੂੰਗਾ, ਇੱਥੋਂ ਇਸ ਪੰਥ ਦੀ ਸੇਵਾ ਮੈਂ ਕਰੂੰਗਾ। ਖੁਦ ਇਮਾਨਦਾਰੀ ਨਾਲ ਤੁਹਾਨੂੰ ਅੱਗੇ ਆਉਣਾ ਪੈਣਾ, ਆਪਣਾ ਆਪ ਬਚਾਉਣਾ ਪੈਣਾ, ਪੰਥ ਵੀ ਤੇ ਗ੍ਰੰਥ ਵੀ। ਨਹੀਂ ਤੇ ਯਾਦ ਰੱਖਿਓ, पंथ की रहेगी तो ग्रंथ की रहेगी नाथ, पंथ की रहेगी तो ग्रंथ की रहेगी नाथ, पंथ ही ना रहा तो ग्रंथ कौन मानेगो। इस लिए पंथ बचाउणा मैं माइयां बीबियां भैणां नूं बेनती करदा कि ये तुहाडे हत्थ है, ਇਹ ਤੁਹਾਡੇ ਹੱਥ ਹੈ। ਕਿਉਂਕਿ ਤੁਸੀਂ ਪਹਿਲੇ ਸਿੱਖ ਹੋ, ਤੁਸੀਂ ਅੰਮ੍ਰਿਤ ਦੇ ਬਾਟੇ ਦੇ ਵਿੱਚ ਪਤਾਸਿਆਂ ਦੀ ਮਟਾਸ ਵੀ ਪਾਈ ਸੀ, ਤੁਸੀਂ ਬੰਦ ਕਰਕੇ ਗਲਾਂ 'ਚ ਟੁਕੜੇ ਪਾਏ, ਤੁਸੀਂ ਮੁੱਠ ਛੋਲਿਆਂ ਦੀ ਖਾ ਕੇ ਸਿੰਘਾਂ ਨੂੰ ਵੀ ਮੋਰਚਿਆਂ 'ਚ ਤੋਰਿਆ ਤੇ ਆਪ ਵੀ ਪੀਸੇ। ਉਸ ਇਤਿਹਾਸ ਨੂੰ ਯਾਦ ਕਰੋ ਤੇ ਆਪਣੇ ਬੱਚਿਆਂ ਨੂੰ ਸਿਖਾਓ। ਹੋ ਸਕਦਾ ਹੈ ਲੜਾਈ ਲੰਬੀ ਹੋਵੇ, ਹੋ ਸਕਦਾ ਹੈ ਕਿ ਇਹ 10 ਜਾਂ 15 ਸਾਲ ਲੜਾਈ ਚੱਲੇ, ਪਰ ਆਪਣੇ ਪੋਤਿਆਂ ਨੂੰ ਜ਼ਰੂਰ ਕਰੋ ਤੇ ਆਪਣੇ ਪੁੱਤਾਂ ਨੂੰ ਇਹ ਜ਼ਰੂਰ ਕਹੋ ਕਿ ਬੱਚੇ ਘੱਟੋ ਘੱਟ ਹਰੇਕ ਘਰ 'ਚ 4 ਹੋਣ। ਕਿਉਂਕਿ ਇੱਕ ਤਾਂ ਤੁਸੀਂ ਬਾਹਰ ਭੇਜ ਦੇਣਾ, ਇੱਕ ਤੁਹਾਡੇ ਕੰਮ ਕਰਨ ਨੂੰ ਚਾਹੀਦਾ, 2 ਪੰਥ ਵਾਸਤੇ ਜ਼ਰੂਰ ਰੱਖੋ। ਆ ਜਿਹੜੇ ਸਰਕਾਰੀ ਮੁਲਾਜ਼ਮ ਵੀਰ ਨੇ ਨਾ, ਉਹਨਾਂ ਨੂੰ ਵੀ ਬੇਨਤੀ ਹੈ, ਤਨਖਾਹਾਂ ਸੋਹਣੀਆਂ ਪਰਮਾਤਮਾ ਨੇ ਗਾਂ ਵੀ ਹੋਰ ਬਥੇਰਾ ਦੇ ਦੇਣਾ, ਤੁਸੀਂ ਵੀ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਤੇ ਇਹ ਜ਼ਰੂਰੀ ਹੈ। ਔਰ ਜੇ ਤੁਸੀਂ ਇੰਜ ਨਾ ਕੀਤਾ ਤੇ ਉਹ ਫਿਰ ਇਕਬਾਲ ਦਾ ਇੱਕ ਸ਼ੇਰ ਹੈ, ਤੁਮਾਰੀ ਦਾਸਤਾਂ ਤੱਕ ਨਾ ਹੋਗੀ ਦਾਸਤਾਨੋਂ ਮੇਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਕਿਹਾ ਸੁਣਿਆ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ।
ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋ। ਫੇਸਬੁੱਕ ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ।